ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਪਿੰਡ ਤੋਂ ਦੂਰ ਪਹਾੜ ਦੀ ਚੋਟੀ ਤੇ ਬੈਠਾ ਇੱਕ ਵਿਅਕਤੀ ਬਹੁਤ ਜ਼ੋਰ-ਜ਼ੋਰ ਨਾਲ ਰੋ ਰਿਹਾ ਸੀ। ਉਦੋਂ ਹੀ ਉੱਥੋਂ ਇੱਕ ਬੌਧ ਭਿਕਸ਼ੂ ਗੁਜ਼ਰੇ ਤੇ ਉਸ ਵਿਅਕਤੀ ਨੂੰ ਰੋਂਦਾ ਦੇਖ ਕੇ ਉਸ ਦੇ ਕੋਲ ਗਏ ਤੇ ਉਸ ਨੂੰ ਪੁੱਛਣ ਲੱਗੇ ਕਿ ਕੀ ਤੂੰ ਇਸ ਪਹਾੜ ਤੋਂ ਛਾਲ ਮਾਰ ਕੇ ਆਪਣੀ ਜਾਨ ਦੇਣੀ ਚਾਹੁੰਦਾ ਹੈ। ਤਾਂ ਉਸ ਵਿਅਕਤੀ ਨੇ ਕਿਹਾ ਕਿ ਮਹਾਰਾਜ, ਤੁਸੀਂ ਬਿਲਕੁਲ ਸਹੀ ਪਹਿਚਾਣਿਆ। ਮੈਂ ਇੱਥੋਂ ਛਾਲ ਮਾਰ ਕੇ ਆਤਮ ਹੱਤਿਆ ਕਰਨੀ ਚਾਹੁੰਦਾ ਸੀ, ਪਰ ਛਾਲ ਮਾਰਨ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ। ਤਾਂ ਬੌਧ ਭਿਕਸ਼ੂ ਨੇ ਕਿਹਾ ਕਿ ਜੇਕਰ ਤੂੰ ਆਤਮ ਹੱਤਿਆ ਹੀ ਕਰਨੀ ਚਾਹੁੰਦਾ ਸੀ ਤਾਂ ਫਿਰ ਆਪਣੇ ਨਾਲ ਇੰਨੀਆਂ ਸਾਰੀਆਂ ਚੀਜ਼ਾਂ ਕਿਉਂ ਲੈ ਕੇ ਆਇਆ ਹੈ। ਉਹ ਆਦਮੀ ਹੈਰਾਨ ਹੋ ਕੇ ਬੋਲਿਆ ਕਿ ਮਹਾਰਾਜ, ਮੈਂ ਤਾਂ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਆਇਆ, ਮੈਂ ਤਾਂ ਸਭ ਕੁਝ ਪਿੱਛੇ ਹੀ ਛੱਡ ਆਇਆ ਹਾਂ। ਭਿਕਸ਼ੂ ਨੇ ਕਿਹਾ, ਫਿਰ ਤੂੰ ਆਪਣੇ ਨਾਲ ਇੰਨਾ ਸਾਰਾ ਬੋਝਾ ਕਿਉਂ ਲੈ ਕੇ ਬੈਠਾ ਹੈ। ਆਦਮੀ ਨੇ ਆਪਣੇ ਚਾਰੇ ਪਾਸੇ ਦੇਖ ਕੇ ਕਿਹਾ ਕਿ ਮੈਂ ਕੀ ਲੈ ਕੇ ਆਵਾਂਗਾ, ਮੈਂ ਤਾਂ ਗਰੀਬ ਹਾਂ, ਕੰਗਾਲ ਹਾਂ, ਖਾਲੀ ਹਾਂ। ਭਿਕਸ਼ੂ ਨੇ ਕਿਹਾ, ਗਲਤ, ਤੂੰ ਖਾਲੀ ਨਹੀਂ ਹੈ, ਕਿਉਂਕਿ ਖਾਲੀ ਇਨਸਾਨ ਦੁਖੀ ਹੋ ਕੇ ਕਦੇ ਵੀ ਆਤਮ ਹੱਤਿਆ ਨਹੀਂ ਕਰਦਾ। ਜ਼ਰਾ ਤੂੰ ਆਪਣੇ ਅੰਦਰ ਧਿਆਨ ਦੇ ਨਾਲ ਦੇਖ, ਤੂੰ ਕਿੰਨਾ ਸਾਰਾ ਬੋਝ ਆਪਣੇ ਅੰਦਰ ਮਨ ਉੱਤੇ ਪਾ ਰੱਖਿਆ ਹੈ ਤੇ ਇਹ ਬੋਝ ਇੰਨਾ ਭਾਰੀ ਹੈ ਕਿ ਅੱਜ ਤੇਰੇ ਤੋਂ ਇਹ ਤੇਰੇ ਸਾਹ ਖੋਣ ਜਾ ਰਿਹਾ ਹੈ। ਇਸ ਨੂੰ ਕੱਢ ਕੇ ਬਾਹਰ ਸੁੱਟ ਤੇ ਥੋੜਾ ਜਿਹਾ ਹਲਕਾ ਹੋ ਜਾ। ਆਖਿਰ ਕਦੋਂ ਤੱਕ ਤੂੰ ਇਸ ਬੋਝ ਨੂੰ ਢੋਵੇਂਗਾ? ਆਖਿਰ ਕਦੋਂ ਤੱਕ ਤੂੰ ਇਸ ਦੇ ਹੇਠਾਂ ਦਬਿਆ ਰਹੇਂਗਾ? ਇਹ ਸੁਣ ਕੇ ਉਹ ਇਨਸਾਨ ਬੌਧ ਭਿਕਸ਼ੂ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਕਿ ਮਹਾਰਾਜ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਤੁਸੀਂ ਮੇਰੇ ਦਿਲ ਦੀ ਗੱਲ ਪੜ੍ਹ ਲਈ ਹੈ। ਮੇਰੇ ਆਪਣੇ ਵੀ ਮੇਰੀਆਂ ਭਾਵਨਾਵਾਂ ਤੇ ਚਿੰਤਾ ਨੂੰ ਸਮਝ ਨਹੀਂ ਪਾਏ, ਪਰ ਤੁਸੀਂ ਕੁਝ ਕੁ ਮਿੰਟਾਂ ਵਿੱਚ ਹੀ ਮੈਨੂੰ ਸਮਝ ਲਿਆ ਹੈ। ਹੁਣ ਤੁਸੀਂ ਹੀ ਮੈਨੂੰ ਮੇਰੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਓਗੇ। ਤਾਂ ਬੌਧ ਭਿਕਸ਼ੂ ਨੇ ਕਿਹਾ ਕਿ ਕਿੱਥੇ ਹੈ ਸਮੱਸਿਆ? ਉਸ ਵਿਅਕਤੀ ਨੇ ਕਿਹਾ, ਮੇਰੇ ਘਰ ਵਿੱਚ ਮਹਾਰਾਜ, ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ। ਭਿਕਸ਼ੂ ਨੇ ਕਿਹਾ ਕਿ ਉੱਥੇ ਜਾਣ ਦੀ ਕੋਈ ਜ਼ਰੂਰਤ ਨਹੀਂ। ਤਾਂ ਵਿਅਕਤੀ ਨੇ ਕਿਹਾ ਕਿ ਮਹਾਰਾਜ, ਸਮੱਸਿਆ ਤਾਂ ਮੇਰੇ ਘਰ ਵਿੱਚ ਹੀ ਹੈ। ਤਾਂ ਭਿਕਸ਼ੂ ਨੇ ਕਿਹਾ ਕਿ ਨਹੀਂ, ਸਮੱਸਿਆ ਤੇਰੇ ਘਰ ਵਿੱਚ ਨਹੀਂ, ਬਲਕਿ ਤੇਰੇ ਅੰਦਰ ਹੈ, ਤੇਰੇ ਮਨ ਵਿੱਚ ਹੈ। ਜਦੋਂ ਤੱਕ ਤੂੰ ਖੁਦ ਨੂੰ ਅੰਦਰ ਤੋਂ ਠੀਕ ਨਹੀਂ ਕਰੇਗਾ, ਉਦੋਂ ਤੱਕ ਤੈਨੂੰ ਹਰ ਜਗ੍ਹਾ ਤੇ ਸਮੱਸਿਆ ਹੀ ਨਜ਼ਰ ਆਵੇਗੀ। ਜੇਕਰ ਸਮੱਸਿਆ ਤੇਰੇ ਘਰ ਵਿੱਚ ਸੀ ਤਾਂ ਇੱਥੇ ਇੰਨੀ ਦੂਰ ਜੰਗਲ ਵਿੱਚ ਆ ਕੇ ਵੀ ਤੂੰ ਦੁਖੀ ਕਿਉਂ ਸੀ? ਇੱਥੇ ਬੈਠਾ ਜ਼ੋਰ-ਜ਼ੋਰ ਨਾਲ ਕਿਉਂ ਰੋ ਰਿਹਾ ਸੀ? ਤੂੰ ਤਾਂ ਘਰ ਛੱਡ ਦਿੱਤਾ ਸੀ ਨਾ, ਤਾਂ ਫਿਰ ਸਮੱਸਿਆ ਵੀ ਘਰ ਵਿੱਚ ਹੀ ਛੁੱਟ ਜਾਣੀ ਚਾਹੀਦੀ ਸੀ। ਵਿਅਕਤੀ ਨੇ ਕਿਹਾ ਕਿ ਹਾਂ ਮਹਾਰਾਜ, ਤੁਸੀਂ ਸ਼ਾਇਦ ਠੀਕ ਕਹਿ ਰਹੇ ਹੋ, ਮੈਂ ਤੁਹਾਡੀ ਗੱਲ ਨੂੰ ਸਮਝ ਰਿਹਾ ਹਾਂ ਤੇ ਕਮੀ ਮੇਰੇ ਅੰਦਰ ਹੀ ਹੈ, ਮੈਂ ਹੀ ਕਿਸੇ ਕੰਮ ਦਾ ਨਹੀਂ ਹਾਂ। ਅਸਲ ਵਿੱਚ ਮੈਂ ਬਹੁਤ ਵੱਡਾ ਅਭਾਗਾ ਇਨਸਾਨ ਹਾਂ, ਮੇਰੀ ਕਿਸਮਤ ਹੀ ਖਰਾਬ ਹੈ। ਤਾਂ ਭਿਕਸ਼ੂ ਨੇ ਕਿਹਾ ਕਿ ਤੇਰੀ ਕਿਸਮਤ ਕਿਸ ਤਰ੍ਹਾਂ ਖਰਾਬ ਹੈ, ਮੈਨੂੰ ਦੱਸ ਤਾਂ ਸਹੀ। ਤਾਂ ਵਿਅਕਤੀ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਵਾਲਿਆਂ ਤੋਂ ਦੁੱਧ ਦਾ ਵਪਾਰ ਕਰਨ ਦੇ ਲਈ ਪੈਸੇ ਲਏ ਸੀ, ਪਰ ਮੇਰਾ ਉਹ ਵਪਾਰ ਚੱਲਿਆ ਨਹੀਂ ਤੇ ਮੇਰੇ ਸਾਰੇ ਪੈਸੇ ਡੁੱਬ ਗਏ, ਜਿਸ ਦੇ ਕਾਰਨ ਮੇਰੇ ਸਾਰੇ ਪਰਿਵਾਰ ਵਾਲਿਆਂ ਨੇ ਮੇਰੇ ਤੋਂ ਦੂਰੀ ਬਣਾ ਲਈ। ਪਰ ਮੈਂ ਤਾਂ ਉਹਨਾਂ ਦੇ ਲਈ ਹੀ ਇਹ ਸਭ ਕਰ ਰਿਹਾ ਸੀ ਕਿ ਚੰਗਾ ਵਪਾਰ ਚੱਲੇਗਾ ਤਾਂ ਬਹੁਤ ਸਾਰੇ ਪੈਸੇ ਕਮਾਵਾਂਗਾ ਤੇ ਆਪਣੀ ਫੈਮਿਲੀ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵਾਂਗਾ। ਪਰ ਉਹ ਸਭ ਮੈਨੂੰ ਹੀ ਮੇਰੀ ਇਸ ਸਫਲਤਾ ਦਾ ਜ਼ਿੰਮੇਦਾਰ ਮੰਨਦੇ ਹਨ ਤੇ ਮੈਨੂੰ ਪੂਰਾ ਦਿਨ ਕੋਸਦੇ ਰਹਿੰਦੇ ਹਨ। ਹੁਣ ਤਾਂ ਮੈਨੂੰ ਵੀ ਲੱਗਣ ਲੱਗਾ ਹੈ ਕਿ ਸ਼ਾਇਦ ਮੈਂ ਉਹਨਾਂ ਦੇ ਨਾਲ ਬਹੁਤ ਗਲਤ ਕੀਤਾ ਹੈ। ਮੇਰੇ ਨਾਲ ਹੀ ਮੇਰੇ ਇੱਕ ਦੋਸਤ ਨੇ ਦੁੱਧ ਦਾ ਵਪਾਰ ਸ਼ੁਰੂ ਕੀਤਾ ਸੀ, ਪਰ ਉਸ ਦਾ ਵਪਾਰ ਬਹੁਤ ਚੰਗਾ ਚੱਲ ਰਿਹਾ ਹੈ। ਹੁਣ ਮੇਰੇ ਘਰ ਵਾਲੇ ਰੋਜ਼ ਮੈਨੂੰ ਤਾਨਾ ਮਾਰਦੇ ਹਨ ਕਿ ਦੇਖ ਉਸ ਨੂੰ, ਉਹ ਕਿੰਨਾ ਸਫਲ ਹੋ ਗਿਆ ਹੈ, ਪਰ ਤੂੰ ਹੈ ਹੀ ਨਿਕੰਮਾ, ਤੇਰੇ ਤੋਂ ਕੁਝ ਨਹੀਂ ਹੋਣ ਵਾਲਾ। ਤੇ ਮੇਰਾ ਦੋਸਤ ਵੀ ਅਕਸਰ ਹੀ ਸਾਡੇ ਘਰ ਆ ਕੇ ਘਰ ਵਾਲਿਆਂ ਨੂੰ ਦੱਸਦਾ ਰਹਿੰਦਾ ਹੈ ਕਿ ਉਹ ਕਿੰਨਾ ਸਫਲ ਹੋ ਗਿਆ ਹੈ, ਉਸਨੇ ਕਿਵੇਂ ਆਪਣੇ ਦਮ ਉੱਤੇ ਕਿੱਡਾ ਵੱਡਾ ਵਪਾਰ ਖੜਾ ਕਰ ਲਿਆ ਹੈ, ਉਸਨੇ ਇਸ ਦੇ ਲਈ ਕਿੰਨੀ ਮਿਹਨਤ ਕੀਤੀ ਹੈ। ਉਸ ਦੀਆਂ ਗੱਲਾਂ ਸੁਣ ਕੇ ਤਾਂ ਹੁਣ ਮੈਨੂੰ ਵੀ ਲੱਗਦਾ ਹੈ ਕਿ ਮੈਂ ਕਿਸੇ ਕੰਮ ਦਾ ਨਹੀਂ ਹਾਂ। ਹੁਣ ਤਾਂ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਮੇਰਾ ਘਰ ਵੀ ਗਹਿਣੇ ਰੱਖਿਆ ਹੋਇਆ ਹੈ। ਭਿਕਸ਼ੂ ਨੇ ਕਿਹਾ, ਕੀ ਤੈਨੂੰ ਪਤਾ ਹੈ ਤੇਰਾ ਦੋਸਤ ਅਕਸਰ ਤੇਰੇ ਕੋਲ ਕਿਉਂ ਆਉਂਦਾ ਹੈ? ਵਿਅਕਤੀ ਨੇ ਕਿਹਾ, ਹਾਂ ਮੈਨੂੰ ਪਤਾ ਹੈ, ਉਹ ਮੈਨੂੰ ਨੀਵਾਂ ਦਿਖਾਉਣ ਦੇ ਲਈ ਆਉਂਦਾ ਹੈ। ਉਹ ਇਹ ਜਤਾਉਂਦਾ ਹੈ ਕਿ ਉਹ ਮੇਰੇ ਤੋਂ ਅਧਿਕ ਦਿਮਾਗੀ ਹੈ, ਅਧਿਕ ਮਿਹਨਤੀ ਹੈ। ਉਹ ਖੁਦ ਨੂੰ ਮੇਰੇ ਤੋਂ ਵਧੀਆ ਦਿਖਾਉਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਮੈਂ ਉਸ ਦੀ ਸਫਲਤਾ ਦੇਖ ਕੇ ਦੁਖੀ ਹੁੰਦਾ ਰਹਾਂ। ਬੌਧ ਭਿਕਸ਼ੂ ਨੇ ਕਿਹਾ, ਕੀ ਤੂੰ ਉਸ ਦੀਆਂ ਗੱਲਾਂ ਸੁਣ ਕੇ ਦੁਖੀ ਹੁੰਦਾ ਹੈ? ਤਾਂ ਵਿਅਕਤੀ ਨੇ ਕਿਹਾ, ਹਾਂ ਦੁਖੀ ਤਾਂ ਹੁੰਦਾ ਹੀ ਹਾਂ। ਤਾਂ ਭਿਕਸ਼ੂ ਨੇ ਕਿਹਾ ਕਿ ਦੁੱਖ ਕਿਸ ਗੱਲ ਦਾ ਹੁੰਦਾ ਹੈ ਤੈਨੂੰ, ਆਪਣੇ ਅਸਫਲ ਹੋਣ ਦਾ ਜਾਂ ਫਿਰ ਦੋਸਤ ਦੇ ਸਫਲ ਹੋਣ ਦਾ? ਤਾਂ ਵਿਅਕਤੀ ਨੇ ਕੁਝ ਦੇਰ ਸੋਚ ਕੇ ਜਵਾਬ ਦਿੱਤਾ ਕਿ ਸੱਚ ਕਹਾਂ ਤਾਂ ਆਪਣੀ ਅਸਫਲਤਾ ਤੋਂ ਕਿਤੇ ਜ਼ਿਆਦਾ ਦੁੱਖ ਦੋਸਤ ਦੇ ਸਫਲ ਹੋਣ ਦਾ ਹੁੰਦਾ ਹੈ। ਤਾਂ ਭਿਕਸ਼ੂ ਨੇ ਕਿਹਾ, ਇਸ ਦਾ ਮਤਲਬ ਇਹ ਹੈ ਕਿ ਤੇਰੇ ਦੋਸਤ ਦੀ ਅਸਫਲਤਾ ਤੈਨੂੰ ਖੁਸ਼ੀ ਦੇਵੇਗੀ? ਤਾਂ ਵਿਅਕਤੀ ਨੇ ਕਿਹਾ, ਹਾਂ ਬਹੁਤ ਜ਼ਿਆਦਾ ਖੁਸ਼ੀ ਦੇਵੇਗੀ। ਤਾਂ ਭਿਕਸ਼ੂ ਮੁਸਕਰਾਏ ਤੇ ਕਿਹਾ ਕਿ ਅਸਲ ਸਮੱਸਿਆ ਤੇਰਾ ਵਪਾਰ ਵਿੱਚ ਅਸਫਲ ਹੋਣਾ ਨਹੀਂ, ਬਲਕਿ ਤੇਰੇ ਵਿਚਾਰਾਂ ਦਾ ਨਕਾਰਾਤਮਕ ਹੋਣਾ ਹੈ। ਤੂੰ ਆਪਣੇ ਮਨ ਨੂੰ ਨਕਾਰਾਤਮਕ ਵਿਚਾਰਾਂ ਦੇ ਨਾਲ ਭਰ ਰੱਖਿਆ ਹੈ ਤੇ ਫਿਰ ਉਹਨਾਂ ਨਕਾਰਾਤਮਕ ਵਿਚਾਰਾਂ ਤੋਂ ਪੈਦਾ ਹੋਣ ਵਾਲੀ ਨਕਾਰਾਤਮਕ ਊਰਜਾ ਤੇਰੇ ਕੰਮ ਤੇ ਦੂਜਿਆਂ ਦੇ ਨਾਲ ਤੇਰੇ ਸੰਬੰਧਾਂ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਵਿਅਕਤੀ ਬੋਲਿਆ, ਹਾਂ ਮਹਾਰਾਜ, ਮੈਨੂੰ ਵੀ ਕਈ ਵਾਰ ਐਸਾ ਮਹਿਸੂਸ ਹੁੰਦਾ ਹੈ। ਜਦੋਂ ਮੈਂ ਆਪਣਾ ਵਪਾਰ ਸ਼ੁਰੂ ਕੀਤਾ ਸੀ, ਉਦੋਂ ਵੀ ਮੇਰੇ ਮਨ ਵਿੱਚ ਇਸ ਤਰ੍ਹਾਂ ਦੇ ਨਕਾਰਾਤਮਕ ਵਿਚਾਰ ਆ ਰਹੇ ਸੀ ਕਿ ਕਿਤੇ ਮੈਂ ਅਸਫਲ ਨਾ ਹੋ ਜਾਵਾਂ ਤੇ ਮੇਰੇ ਮਨ ਵਿੱਚ ਹਮੇਸ਼ਾ ਹੀ ਇਸ ਅਸਫਲਤਾ ਦਾ ਡਰ ਲੱਗਿਆ ਰਹਿੰਦਾ ਸੀ ਤੇ ਅੰਤ ਵਿੱਚ ਮੈਂ ਅਸਫਲ ਹੀ ਹੋ ਗਿਆ। ਭਿਕਸ਼ੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਤੈਨੂੰ ਤੇਰੇ ਮਨ ਵਿੱਚ ਸਕਾਰਾਤਮਕ ਵਿਚਾਰਾਂ ਨੂੰ ਜਗ੍ਹਾ ਦੇਣ ਦੀ ਜ਼ਰੂਰਤ ਹੈ। ਅਜੇ ਤੱਕ ਤੂੰ ਸਕਾਰਾਤਮਕ ਵਿਚਾਰਾਂ ਦੀ ਊਰਜਾ ਤੋਂ ਜਾਣੂ ਨਹੀਂ ਹੈ। ਹਾਲਾਂਕਿ ਤੇਰੇ ਦੋਸਤ ਦੀਆਂ ਗੱਲਾਂ ਤੈਨੂੰ ਦੁਖੀ ਕਰਦੀਆਂ ਹਨ, ਪਰ ਉਹ ਗੱਲਾਂ ਸੱਚੀਆਂ ਹੀ ਦੱਸਦਾ ਹੈ।
ਉਹ ਆਪਣੇ ਸੰਘਰਸ਼ ਤੇ ਆਪਣੇ ਅਨੁਭਵਾਂ ਦੀਆਂ ਗੱਲਾਂ ਦੱਸਦਾ ਹੈ। ਤੂੰ ਉਸਦੇ ਅਨੁਭਵ ਤੇ ਆਪਣੀ ਬੁੱਧੀ ਦਾ ਪ੍ਰਯੋਗ ਕਰਕੇ ਆਪਣੇ ਵਪਾਰ ਵਿੱਚ ਸਫਲ ਹੋ। ਦੁਖੀ ਹੋਣ ਦੀ ਬਜਾਏ ਤੂੰ ਤਾਂ ਇਸ ਗੱਲ ਦੀ ਖੁਸ਼ੀ ਮਨਾ ਕਿ ਤੈਨੂੰ ਘਰ ਬੈਠੇ ਹੀ ਇੱਕ ਸਫਲ ਇਨਸਾਨ ਦੇ ਅਨੁਭਵ ਮਿਲ ਰਹੇ ਹਨ। ਕੜੀ ਮਿਹਨਤ ਕਰ, ਹਾਰ ਨਾ ਮੰਨ। ਇਹ ਬੁਰਾ ਵਕਤ ਵੀ ਗੁਜ਼ਰ ਹੀ ਜਾਵੇਗਾ, ਤੂੰ ਵੀ ਇੱਕ ਨਾ ਇੱਕ ਦਿਨ ਸਫਲ ਹੋ ਹੀ ਜਾਏਗਾ। ਬੌਧ ਭਿਕਸ਼ੂ ਨੇ ਅੱਗੇ ਕਿਹਾ ਕਿ ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖੀ, ਅਸੀਂ ਸਫਲ ਹੋਵਾਂਗੇ ਜਾਂ ਅਸਫਲ ਹੋਵਾਂਗੇ, ਇਹ ਸਭ ਸਾਡੇ ਸੋਚਣ ਦੇ ਤਰੀਕੇ ਤੇ ਹੀ ਨਿਰਭਰ ਕਰਦਾ ਹੈ। ਇਸ ਲਈ ਆਪਣੀ ਜ਼ਿੰਦਗੀ ਦੇ ਵੱਲ ਹਮੇਸ਼ਾ ਇੱਕ ਸਕਾਰਾਤਮਕ ਮਾਨਸਿਕਤਾ ਬਣਾ ਕੇ ਰੱਖੋ। ਵਿਅਕਤੀ ਨੇ ਕਿਹਾ ਕਿ ਤੁਸੀਂ ਸੱਚ ਕਹਿ ਰਹੇ ਹੋ ਮਹਾਰਾਜ, ਮੈਂ ਆਪਣੇ ਅੰਦਰ ਬਹੁਤ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਭਰ ਰੱਖਿਆ ਹੈ। ਇਹ ਮੇਰੀ ਅਸਫਲਤਾ ਦਾ ਕਾਰਨ ਵੀ ਹੈ। ਪਰ ਆਪਣਿਆਂ ਦੇ ਲਈ ਕੁਝ ਕਰਨਾ ਗਲਤ ਹੈ। ਮੈਂ ਤਾਂ ਆਪਣੇ ਪਰਿਵਾਰ ਦੇ ਲਈ ਹੀ ਕੁਝ ਚੰਗਾ ਕਰ ਰਿਹਾ ਸੀ, ਪਰ ਉਹਨਾਂ ਨੇ ਹੀ ਮੇਰੇ ਤੋਂ ਦੂਰੀ ਬਣਾ ਲਈ। ਭਿਕਸ਼ੂ ਨੇ ਕਿਹਾ ਕਿ ਅਸਲ ਵਿੱਚ ਤੂੰ ਸੰਤਾਵਨਾ ਤੇ ਤਾਰੀਫ ਦਾ ਭੁੱਖਾ ਹੈ। ਇਸ ਦੁਨੀਆ ਵਿੱਚ ਹਰ ਇਨਸਾਨ ਸੰਤਾਵਨਾ ਤੇ ਤਾਰੀਫ ਦਾ ਭੁੱਖਾ ਹੈ। ਲੋਕ ਚਾਹੁੰਦੇ ਹਨ ਕਿ ਉਹ ਜਦੋਂ ਵੀ ਕੁਝ ਕਰਨ ਤਾਂ ਦੂਜੇ ਲੋਕ ਉਹਨਾਂ ਦੀ ਤਾਰੀਫ ਕਰਨ, ਤੇ ਤਾਰੀਫ ਨਾ ਮਿਲਣ ਤੇ ਮਨ ਦੁਖੀ ਤੇ ਅਨਕੌਨਫੀਡੈਂਟ ਹੋ ਜਾਂਦਾ ਹੈ ਤੇ ਲੱਗਣ ਲੱਗਦਾ ਹੈ ਕਿ ਸਭ ਸਵਾਰਥੀ ਹਨ। ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰ ਆਉਂਦੇ ਹਨ ਕਿ ਜਦੋਂ ਇਹਨਾਂ ਨੂੰ ਮੇਰੇ ਕੰਮ ਦੀ ਪਰਵਾਹ ਹੀ ਨਹੀਂ ਤਾਂ ਮੈਂ ਵੀ ਇਹਨਾਂ ਦੇ ਲਈ ਕੁਝ ਕਿਉਂ ਕਰਾਂ। ਪਰ ਜੇਕਰ ਤੁਸੀਂ ਕਿਸੇ ਨੂੰ ਆਪਣਾ ਮੰਨਦੇ ਹੋ ਤੇ ਉਸ ਦੇ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਇਸ ਵਿੱਚ ਤਾਰੀਫ ਦੀ ਕੀ ਜ਼ਰੂਰਤ ਹੈ। ਤੇ ਤੂੰ ਇਸ ਤਰ੍ਹਾਂ ਕਿਉਂ ਸੋਚਦਾ ਹੈ ਕਿ ਤੂੰ ਉਸ ਕੰਮ ਨੂੰ ਕਿਸੇ ਹੋਰ ਦੇ ਲਈ ਕਰ ਰਿਹਾ ਹੈ। ਤੂੰ ਉਸ ਕੰਮ ਨੂੰ ਸਿਰਫ ਆਪਣਾ ਕਰਤੱਵ ਸਮਝ ਕੇ ਕਰ, ਤੇ ਕਰਤੱਵ ਸਮਝ ਕੇ ਕੀਤੇ ਗਏ ਕੰਮਾਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਪ੍ਰਸ਼ੰਸਾ ਦੀ ਜ਼ਰੂਰਤ ਨਹੀਂ ਪੈਂਦੀ। ਜਿਵੇਂ ਕਿ ਇੱਕ ਮਾਂ ਆਪਣੇ ਛੋਟੇ ਬੱਚੇ ਦਾ ਖਿਆਲ ਰੱਖਦੀ ਹੈ ਤਾਂ ਇਸ ਦੇ ਲਈ ਚਾਹੇ ਉਸ ਦੀ ਕੋਈ ਪ੍ਰਸ਼ੰਸਾ ਕਰੇ ਜਾਂ ਨਾ ਕਰੇ, ਪਰ ਉਹ ਆਪਣੇ ਬੱਚੇ ਦਾ ਖਿਆਲ ਪੂਰੀ ਨਿਸ਼ਚਾ ਦੇ ਨਾਲ ਰੱਖਦੀ ਹੈ, ਕਿਉਂਕਿ ਉਹ ਉਸ ਨੂੰ ਆਪਣਾ ਸਮਝਦੀ ਹੈ ਤੇ ਉਸ ਦੀ ਦੇਖ-ਰੇਖ ਕਰਨਾ ਉਸ ਦਾ ਫਰਜ਼ ਹੈ। ਇਸੇ ਤਰ੍ਹਾਂ ਤੂੰ ਵੀ ਆਪਣੇ ਕੰਮਾਂ ਨੂੰ ਸਿਰਫ ਆਪਣਾ ਕਰਤੱਵ ਸਮਝ ਕੇ ਕਰ। ਜੇਕਰ ਦੂਜਿਆਂ ਵੱਲੋਂ ਕੀਤੀ ਗਈ ਪ੍ਰਸ਼ੰਸਾ ਤੇ ਬੁਰਾਈ ਤੈਨੂੰ ਸੁੱਖ ਦੁੱਖ ਦਿੰਦੀ ਹੈ ਤਾਂ ਤੂੰ ਕਦੇ ਵੀ ਖੁਸ਼ ਨਹੀਂ ਰਹਿ ਪਾਵੇਂਗਾ, ਕਿਉਂਕਿ ਤੇਰੀ ਖੁਸ਼ੀ ਤੇਰੇ ਕਰਮਾਂ ਤੇ ਨਹੀਂ ਬਲਕਿ ਦੂਜਿਆਂ ਦੇ ਵਿਚਾਰਾਂ ਤੇ ਨਿਰਭਰ ਕਰਦੀ ਹੈ, ਜੋ ਕਿ ਹਮੇਸ਼ਾ ਹੀ ਬਦਲਦੇ ਰਹਿੰਦੇ ਹਨ। ਵਿਅਕਤੀ ਨੇ ਕਿਹਾ ਕਿ ਤੁਸੀਂ ਠੀਕ ਕਹਿ ਰਹੇ ਹੋ ਮਹਾਰਾਜ, ਹੁਣ ਤੱਕ ਮੈਂ ਦੂਜਿਆਂ ਵੱਲੋਂ ਪ੍ਰਸ਼ੰਸਾ ਤੇ ਵਾਹਵਾਹੀ ਦੀ ਉਮੀਦ ਦੇ ਨਾਲ ਕੰਮ ਕਰਦਾ ਸੀ, ਇਸ ਦੇ ਲਈ ਦੁਖੀ ਸੀ, ਪਰ ਹੁਣ ਤੋਂ ਮੈਂ ਤੁਹਾਡੀਆਂ ਦੋਵੇਂ ਗੱਲਾਂ ਯਾਦ ਰੱਖਾਂਗਾ। ਪਹਿਲੀ ਕਿ ਮੈਨੂੰ ਹਮੇਸ਼ਾ ਹੀ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ। ਦੂਜੀ ਇਹ ਕਿ ਕਦੇ ਵੀ ਕਿਸੇ ਨੂੰ ਖੁਸ਼ ਕਰਨ ਦੇ ਇਰਾਦੇ ਨਾਲ ਕੋਈ ਵੀ ਕੰਮ ਨਾ ਕਰੋ। ਪਰ ਕੀ ਤੁਸੀਂ ਮੈਨੂੰ ਇਹਨਾਂ ਦੋਵਾਂ ਸਿੱਖਾਂ ਤੋਂ ਇਲਾਵਾ ਵੀ ਕੁਝ ਐਸਾ ਦੇ ਸਕਦੇ ਹੋ ਜੋ ਮੇਰੇ ਸਭ ਤੋਂ ਬੁਰੇ ਵਕਤ ਵਿੱਚ ਮੇਰਾ ਸਾਥ ਦੇਵੇ? ਭਿਕਸ਼ੂ ਮੁਸਕਰਾਏ ਤੇ ਆਪਣੀ ਝੋਲੀ ਵਿੱਚੋਂ ਇੱਕ ਛੋਟੀ ਜਿਹੀ ਡੱਬੀ ਕੱਢੀ ਤੇ ਕਿਹਾ, ਇਹ ਡੱਬੀ ਮੈਂ ਤੈਨੂੰ ਦਿੰਦਾ ਹਾਂ, ਇਸ ਨੂੰ ਤੂੰ ਹਮੇਸ਼ਾ ਆਪਣੇ ਕੋਲ ਰੱਖੀ। ਇਸ ਵਿੱਚ ਇੱਕ ਐਸਾ ਰਾਜ ਹੈ ਜੋ ਤੈਨੂੰ ਵੱਡੇ ਤੋਂ ਵੱਡੇ ਦੁੱਖ ਵਿੱਚੋਂ ਵੀ ਬਾਹਰ ਕੱਢ ਲਵੇਗਾ, ਪਰ ਸ਼ਰਤ ਇਹ ਹੈ ਕਿ ਤੂੰ ਇਸ ਡੱਬੀ ਨੂੰ ਉਦੋਂ ਹੀ ਖੋਲੀ ਜਦੋਂ ਤੇਰੇ ਕੋਲ ਕੋਈ ਦੂਜਾ ਰਸਤਾ ਨਾ ਬਚੇ, ਜਦੋਂ ਤੈਨੂੰ ਸਭ ਵਿਅਰਥ ਲੱਗਣ ਲੱਗੇ। ਉਸ ਵਿਅਕਤੀ ਨੇ ਭਿਕਸ਼ੂ ਦਾ ਧੰਨਵਾਦ ਕੀਤਾ ਤੇ ਡੱਬੀ ਲੈ ਕੇ ਉੱਥੋਂ ਚਲਾ ਗਿਆ। ਉਸਨੇ ਭਿਕਸ਼ੂ ਦੀਆਂ ਦੱਸੀਆਂ ਗੱਲਾਂ ਦਾ ਪੂਰੀ ਤਰ੍ਹਾਂ ਦੇ ਨਾਲ ਪਾਲਣ ਕੀਤਾ। ਹੁਣ ਉਸਨੇ ਨਕਾਰਾਤਮਕ ਸੋਚਣਾ ਛੱਡ ਦਿੱਤਾ ਸੀ ਤੇ ਉਸਨੂੰ ਦੂਜਿਆਂ ਦੇ ਕਹਿਣ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਸੀ। ਉਸਨੇ ਦੁਬਾਰਾ ਤੋਂ ਆਪਣਾ ਵਪਾਰ ਸ਼ੁਰੂ ਕੀਤਾ ਤੇ ਉਸ ਵਿੱਚ ਬਹੁਤ ਸਫਲ ਹੋ ਗਿਆ। ਉਸਦੇ ਪਰਿਵਾਰ ਵਾਲੇ ਵੀ ਹੁਣ ਉਸਦੀ ਇੱਜ਼ਤ ਕਰਨ ਲੱਗੇ ਸੀ। ਉਹ ਕਾਫੀ ਅਮੀਰ ਹੋ ਚੁੱਕਿਆ ਸੀ। ਉਸਨੇ ਹੁਣ ਬੀਤੇ ਕੱਲ ਬਾਰੇ ਰੋਣਾ ਛੱਡ ਦਿੱਤਾ ਸੀ। ਪਰ ਫਿਰ ਤੋਂ ਸਮੇਂ ਦਾ ਚੱਕਰ ਘੁੰਮਿਆ। ਉਸਦੇ ਰਾਜ ਉੱਤੇ ਗੁਆਂਢੀ ਰਾਜ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉਸਦਾ ਘਰ ਤੇ ਦੁਕਾਨਾਂ ਸਭ ਤਹਿਸ-ਨਹਿਸ ਹੋ ਗਈਆਂ। ਉਸਦੇ ਪਰਿਵਾਰ ਦੇ ਕਈ ਮੈਂਬਰ ਹਮਲੇ ਵਿੱਚ ਮਾਰੇ ਗਏ। ਉਹ ਆਪਣੀ ਪਤਨੀ ਤੇ ਬੱਚਿਆਂ ਦੀ ਜਾਨ ਬਚਾ ਕੇ ਦੂਜੇ ਰਾਜ ਵਿੱਚ ਭੱਜਿਆ। ਉਸਦੇ ਕੋਲ ਹੁਣ ਕੁਝ ਵੀ ਨਹੀਂ ਸੀ। ਉਸਦੇ ਬੱਚੇ ਬਿਮਾਰ ਤੇ ਭੁੱਖੇ ਸੀ, ਜਿਸ ਦੇ ਲਈ ਉਸਨੂੰ ਪੈਸੇ ਚਾਹੀਦੇ ਸੀ, ਪਰ ਉਸਦੇ ਕੋਲ ਹੁਣ ਪੈਸਾ ਵੀ ਨਹੀਂ ਸੀ। ਉਹ ਬਹੁਤ ਜ਼ਿਆਦਾ ਦੁਖੀ ਸੀ। ਉਸਨੂੰ ਹੁਣ ਸਭ ਕੁਝ ਵਿਅਰਥ ਲੱਗਣ ਲੱਗਾ ਸੀ। ਭਿਕਸ਼ੂ ਦੀਆਂ ਗੱਲਾਂ ਵੀ ਉਸਨੂੰ ਫਿਜ਼ੂਲ ਲੱਗਦੀਆਂ ਸਨ। ਉਹ ਅੰਦਰ ਤੋਂ ਬਹੁਤ ਜ਼ਿਆਦਾ ਟੁੱਟ ਗਿਆ ਸੀ। ਉਸਦਾ ਫਿਰ ਤੋਂ ਆਤਮ ਹੱਤਿਆ ਕਰਨ ਦਾ ਮਨ ਹੋਣ ਲੱਗਾ। ਉਹ ਇਹਨਾਂ ਵਿਚਾਰਾਂ ਦੇ ਨਾਲ ਘਿਰਿਆ ਹੋਇਆ ਸੀ ਕਿ ਉਸਦਾ ਹੱਥ ਆਪਣੀ ਜੇਬ ਵਿੱਚ ਰੱਖੀ ਡੱਬੀ ਉੱਤੇ ਵੱਜਾ। ਉਸਨੇ ਜੇਬ ਵਿੱਚੋਂ ਡੱਬੀ ਕੱਢੀ, ਡੱਬੀ ਖੋਲ੍ਹੀ। ਉਸ ਵਿੱਚ ਇੱਕ ਸੋਨੇ ਦਾ ਸਿੱਕਾ ਸੀ ਤੇ ਇੱਕ ਕਾਗਜ਼ ਸੀ। ਉਸ ਕਾਗਜ਼ ਨੂੰ ਪੜ੍ਹ ਕੇ ਉਹ ਜ਼ੋਰ-ਜ਼ੋਰ ਨਾਲ ਹੱਸਿਆ। ਉਸ ਕਾਗਜ਼ ਉੱਪਰ ਲਿਖਿਆ ਸੀ ਕਿ ਇਹ ਵਕਤ ਵੀ ਗੁਜ਼ਰ ਜਾਵੇਗਾ। ਉਸ ਚਿੱਠੀ ਨੂੰ ਪੜ੍ਹਦੇ ਹੀ ਉਸਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਫਿਰ ਦੁੱਖ ਦੀ ਕੀ ਗੱਲ ਹੈ। ਜਦੋਂ ਉਹ ਸੁੱਖ ਦੇ ਦਿਨ ਨਹੀਂ ਰਹੇ ਤਾਂ ਫਿਰ ਇਹ ਦੁੱਖ ਦੇ ਦਿਨ ਵੀ ਨਹੀਂ ਰਹਿਣਗੇ। ਉਸਨੇ ਉਸ ਸੋਨੇ ਦੇ ਸਿੱਕੇ ਤੋਂ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਦੁਬਾਰਾ ਸ਼ੁਰੂ ਕੀਤਾ ਤੇ ਫਿਰ ਤੋਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗਾ। ਦੋਸਤੋ, ਹੋ ਸਕਦਾ ਹੈ ਕਿ ਤੁਹਾਡੇ ਕੋਲ ਉਹ ਸੋਨੇ ਦਾ ਸਿੱਕਾ ਨਾ ਹੋਵੇ, ਪਰ ਹਿੰਮਤ ਤਾਂ ਹੈ। ਇਸ ਦੇ ਸਹਾਰੇ ਤੁਸੀਂ ਕੁਝ ਨਾ ਕੁਝ ਕਰ ਹੀ ਲਵੋਗੇ। ਇਸ ਦੇ ਲਈ ਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਹਿੰਮਤ ਕਰੇ ਅਗਰ ਮਰਦਾਂ ਤੋਂ ਮਦਦ ਖੁਦਾ, ਅਰਥਾਤ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਦੋਸਤੋ, ਹੱਥੇ ਹੱਥ ਰੱਖ ਕੇ ਕਦੇ ਤਰੱਕੀਆਂ ਨਹੀਂ ਮਿਲਦੀਆਂ। ਵਿਹਲੇ ਰਹਿ ਕੇ ਖਿਆਲੀ ਪੁਲਾਓ ਪਕਾ ਕੇ ਕਦੇ ਤੁਸੀਂ ਕਾਮਯਾਬੀ ਹਾਸਲ ਨਹੀਂ ਕਰ ਸਕਦੇ। ਇਸ ਦੇ ਲਈ ਮਿਹਨਤ ਕਰਨੀ ਪੈਂਦੀ ਹੈ, ਕੜਾ ਪਰਿਸ਼ਰਮ ਕਰਨਾ ਪੈਂਦਾ ਹੈ, ਤੇ ਜੇਕਰ ਤੁਸੀਂ ਇੱਕ ਵਧੀਆ ਫਿਊਚਰ ਚਾਹੁੰਦੇ ਹੋ ਤਾਂ ਫਿਰ ਮਿਹਨਤ ਤਾਂ ਕਰਨੀ ਪਵੇਗੀ। ਸੋ ਦੋਸਤੋ, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।